प्यारे बच्चों सत श्री अकाल। अज आपां 8वीं श्रेणी लई समाजिक विज्ञान विषय दा 17वां पाठ जिस दा सिरलेख है इस्त्रियां अते सुधार करन जा रहे हां। अज आपां इस पाठ दा तीसरा भाग करांगे। सो सब तो पहला तुहाडे कोल जो जरूरी समान होना चाहिदा है वो है समाजिक विज्ञान विषय की पाठ पुस्तक, कापी, पेन ਜਾਂ ਪੈਨਸਲ। सो महत्वपूर्ण गल्लां नूं तुसीं नाल हुंदे नोट करदे जाना है ਅਤੇ इस लैसन बारे जानकारी हासिल करनी है। सो आओ शुरू करदे हां आपां अज दा ਇਹ भाग। इस पाठ ਦੇ पिछले ਦੋਨੇ ਭਾਗਾਂ ਵਿੱਚ ਆਪਾਂ ਵੇਖ ਚੁੱਕੇ ਹਾਂ ਕਿ 19ਵੀਂ ਸਦੀ ਦੌਰਾਨ ਭਾਰਤ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਸੀ। ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਕੁਰੀਤੀਆਂ ਸਾਡੇ ਦੇਸ਼ ਵਿੱਚ ਪ੍ਰਚਲਿਤ ਸਨ, ਜਿਨ੍ਹਾਂ ਨੂੰ ਖਤਮ ਕਰਨ ਦੇ ਲਈ 19ਵੀਂ ਸਦੀ ਵਿੱਚ ਧਾਰਮਿਕ ਸਮਾਜਿਕ ਅੰਦੋਲਨ ਸ਼ੁਰੂ ਹੋਏ। ਸੋ ਇਸ ਲੜੀ ਨੂੰ ਅੱਗੇ ਵਧਾਉਂਦੇ ਹਾਂ ਅਤੇ ਅੱਜ ਆਪਾਂ ਸਭ ਤੋਂ ਪਹਿਲਾਂ ਸਰ ਸੈਯਦ ਅਹਿਮਦ ਖਾਨ ਜੀ ਦੇ ਕਾਰਜਾਂ ਬਾਰੇ ਪੜਾਂਗੇ। ਆਪਾਂ ਇਸ ਤੋਂ ਪਹਿਲਾਂ ਆਰੀਆ ਸਮਾਜ ਅਤੇ ਬ੍ਰਹਮੋ ਸਮਾਜ ਦੇ ਬਾਰੇ ਪੜਿਆ। ਇਹ ਦੋਵੇਂ ਹਿੰਦੂ ਸਮਾਜ ਨਾਲ ਸੰਬੰਧਿਤ ਸਨ। ਹੁਣ ਅਸੀਂ ਗੱਲ ਕਰ ਰਹੇ ਹਾਂ ਮੁਸਲਿਮ ਸਮਾਜ ਦੀ। ਸਰ ਸੈਯਦ ਅਹਿਮਦ ਖਾਨ ਮੁਸਲਿਮ ਸਮਾਜ ਦਾ ਸੁਧਾਰ ਕਰਨਾ ਚਾਹੁੰਦੇ ਸਨ। ਸਰ ਸੈਯਦ ਅਹਿਮਦ ਖਾਨ ਜੀ ਨੇ ਕਿਹਾ, ਸਮਾਜ ਖੁਸ਼ਹਾਲ ਤਾਂ ਹੀ ਬਣ ਸਕਦਾ ਹੈ ਜੇਕਰ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਸਮਝਿਆ ਜਾਵੇ। ਉਹ ਬਾਲ ਵਿਆਹ, ਪਰਦਾ ਪ੍ਰਥਾ, ਤਲਾਕ ਪ੍ਰਥਾ ਇਹਨਾਂ ਦੇ ਖਿਲਾਫ ਸਨ। ਉਹਨਾਂ ਨੇ ਇੱਕ ਅਖਬਾਰ ਕੱਢਿਆ ਜਿਸ ਦਾ ਨਾਮ ਸੀ ਤਹਿਜ਼ੀਬ ਉਲ ਅਖਲਾਕ, ਜਿਸ ਦੇ ਰਾਹੀਂ ਉਹਨਾਂ ਨੇ ਸਮਾਜ ਵਿਚਲੀਆਂ ਬੁਰਾਈਆਂ ਨੂੰ ਖਤਮ ਕਰਨ ਦਾ ਯਤਨ ਕੀਤਾ। ਸਿੱਖਿਆ ਦੇ ਖੇਤਰ ਵਿੱਚ ਉਹਨਾਂ ਦਾ ਵਿਚਾਰ ਸੀ ਕਿ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਵੀ ਦਿੱਤੀ ਜਾਵੇ। ਇੱਕ ਓਂਕਾਰ ਸਤਨਾਮ ਕਰਤਾ ਪੁਰਖ। 1862 ਈਸਵੀ ਵਿੱਚ ਉਹਨਾਂ ਨੇ ਵਿਗਿਆਨ ਦੇ ਗ੍ਰੰਥ ਦਾ ਉਰਦੂ ਵਿੱਚ ਅਨੁਵਾਦ ਕਰਵਾਇਆ, ਜਿਸ ਦੇ ਲਈ ਉਹਨਾਂ ਨੇ ਸਾਇੰਟੀਫਿਕ ਸੁਸਾਇਟੀ ਦੀ ਸਥਾਪਨਾ ਅਲੀਗੜ੍ਹ ਵਿਖੇ ਕੀਤੀ। ਈਸਵੀ ਵਿੱਚ ਅਲੀਗੜ੍ਹ ਵਿੱਚ ਹੀ ਮੁਸਲਿਮ ਐਂਗਲੋ ਓਰੀਐਂਟਲ ਸਕੂਲ ਦੀ ਸਥਾਪਨਾ ਕੀਤੀ। 1878 ਵਿੱਚ ਉਸ ਤੋਂ 4 ਸਾਲ ਬਾਅਦ ਮੁਸਲਿਮ ਐਂਗਲੋ ਓਰੀਐਂਟਲ ਕਾਲਜ ਦੀ ਸਥਾਪਨਾ ਹੋਈ। ਅਤੇ 1920 ਈਸਵੀ ਵਿੱਚ ਇਹ ਕਾਲਜ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣ ਗਿਆ।
ਪਿਆਰੇ ਬੱਚਿਓ, ਆਪਾਂ ਹੁਣ ਤੱਕ ਪੜ੍ਹ ਚੁੱਕੇ ਹਾਂ ਬ੍ਰਹਮੋ ਸਮਾਜ, ਜਿਸ ਨੂੰ ਰਾਜਾ ਰਾਮ ਮੋਹਨ ਰਾਏ ਜੀ ਨੇ ਸ਼ੁਰੂ ਕੀਤਾ। ਫਿਰ ਅਸੀਂ ਪੜ੍ਹਿਆ ਆਰੀਆ ਸਮਾਜ, ਜਿਸ ਨੂੰ ਸੁਆਮੀ ਦਇਆਨੰਦ ਸਰਸਵਤੀ ਜੀ ਨੇ ਸ਼ੁਰੂ ਕੀਤਾ। ਇਸ ਦੇ ਨਾਲ ਹੀ ਅਸੀਂ ਪੜ੍ਹਿਆ ਸੀ ਈਸ਼ਵਰ ਚੰਦਰ ਵਿਦਿਆਸਾਗਰ ਜੀ ਬਾਰੇ। ਸੋ ਇਹ ਸਾਰੇ ਵਿਦਵਾਨ ਸਨ ਜੋ ਇਹ ਹਿੰਦੂ ਧਰਮ ਨਾਲ ਸੰਬੰਧਿਤ ਸਨ। ਸਰ ਸੈਯਦ ਅਹਿਮਦ ਖਾਨ ਜੀ ਦੇ ਕਾਰਜਾਂ ਬਾਰੇ ਆਪਾਂ ਨੇ ਪੜ੍ਹਿਆ, ਇਹ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਸਨ। ਸੋ ਆਓ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਵਿੱਚ ਵੀ ਇਸ ਸਮੇਂ ਦੌਰਾਨ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਚੱਲ ਰਹੀਆਂ ਸਨ। ਆਪਾਂ ਵੇਖੀਏ ਤਾਂ 19ਵੀਂ ਸਦੀ ਦੇ ਪਹਿਲੇ ਅੱਧ ਦੌਰਾਨ ਪੰਜਾਬ ਉੱਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲ ਰਿਹਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ 1799 ਤੋਂ 1839 ਤੱਕ ਪੰਜਾਬ ਵਿੱਚ ਰਿਹਾ। ਪੰਜਾਬ ਦੀ ਰਾਜਨੀਤਿਕ ਸਥਿਤੀ ਤਾਂ ਇਸ ਸਮੇਂ ਸ਼ਾਨਦਾਰ ਸੀ, ਜਿਸ ਨੂੰ ਅਸੀਂ ਅੱਜ ਤੱਕ ਵੀ ਯਾਦ ਕਰਦੇ ਹਾਂ। ਪਰੰਤੂ ਉਸ ਸਮੇਂ ਦੇ ਪੰਜਾਬ ਦੀ ਸਮਾਜਿਕ ਜੀਵਨ ਨੂੰ ਵੇਖੀਏ ਤਾਂ ਕਈ ਕੁਰੀਤੀਆਂ ਇੱਥੇ ਵੀ, ਜਿਸ ਤਰ੍ਹਾਂ ਬਾਕੀ ਸਾਰੇ ਭਾਰਤ ਵਿੱਚ ਚੱਲ ਰਹੀਆਂ ਸਨ, ਪੰਜਾਬ ਵਿੱਚ ਵੀ ਚੱਲ ਰਹੀਆਂ ਸਨ, ਜਿਨ੍ਹਾਂ ਵਿੱਚ ਬਾਲ ਵਿਆਹ, ਦਹੇਜ ਪ੍ਰਥਾ, ਸਤੀ ਪ੍ਰਥਾ ਜਾਂ ਬਹੁ ਵਿਆਹ ਅਜਿਹੀਆਂ ਕੁਰੀਤੀਆਂ ਪੰਜਾਬ ਵਿੱਚ ਵੀ ਸਨ। ਇਸ ਸਮੇਂ ਵਿਆਹ ਦੀ ਰਸਮ ਉੱਤੇ ਬਹੁਤ ਜ਼ਿਆਦਾ ਖਰਚ ਕੀਤਾ ਜਾਂਦਾ ਸੀ। ਲੜਕੀ ਨੂੰ ਦਹੇਜ ਦਿੱਤਾ ਜਾਂਦਾ ਸੀ, ਜਿਸ ਦੇ ਲਈ ਉਸਦੇ ਪਰਿਵਾਰ ਦੇ ਮੈਂਬਰ ਬਹੁਤ ਸਾਰੀ ਧਨ ਦੌਲਤ, ਸੋਨੇ ਚਾਂਦੀ ਦੇ ਸਿੱਕੇ, ਗਹਿਣੇ, ਕੀਮਤੀ ਕੱਪੜੇ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਦਿੰਦੇ ਸਨ। ਸੋ ਇਹ ਵਿਆਹਾਂ ਉੱਤੇ ਉਸ ਸਮੇਂ ਬਹੁਤ ਜ਼ਿਆਦਾ ਖਰਚ ਹੁੰਦਾ ਸੀ। ਇਸੇ ਤਰ੍ਹਾਂ ਹੀ ਸਤੀ ਪ੍ਰਥਾ ਵੀ ਪੰਜਾਬ ਵਿੱਚ ਚੱਲ ਰਹੀ ਸੀ। ਸਤੀ ਪ੍ਰਥਾ ਜਿਵੇਂ ਹਿੰਦੂ ਧਰਮ ਵਿੱਚ ਸੀ, ਉਸੇ ਤਰੀਕੇ ਨਾਲ ਸਿੱਖਾਂ ਵਿੱਚ ਵੀ ਇਹ ਪ੍ਰਚਲਿਤ ਰਹੀ। ਵਿਧਵਾ ਨੂੰ ਪੁਨਰ ਵਿਆਹ ਦੀ ਮਨਾਹੀ ਸੀ। ਵਿਧਵਾ ਦੁਬਾਰਾ ਵਿਆਹ ਨਹੀਂ ਕਰਵਾ ਸਕਦੀ ਸੀ ਅਤੇ ਸਮਾਜਿਕ ਤੌਰ ਉੱਤੇ ਉਸ ਨਾਲ ਕੋਈ ਚੰਗਾ ਵਿਵਹਾਰ ਨਹੀਂ ਕੀਤਾ ਜਾਂਦਾ ਸੀ। ਉਸ ਦੀ ਹਾਲਤ ਬਹੁਤ ਹੀ ਦੁਖਦਾਇਕ ਹੁੰਦੀ ਸੀ। ਸੋ ਇਹ ਸਾਰੀਆਂ ਕੁਰੀਤੀਆਂ ਉਸ ਸਮੇਂ ਦੌਰਾਨ ਪੰਜਾਬ ਵਿੱਚ ਵੀ ਪ੍ਰਚਲਿਤ ਸਨ। ਸੋ ਆਓ ਵੇਖਦੇ ਹਾਂ ਹੁਣ ਪੰਜਾਬ ਵਿੱਚ ਕਿਹੜੀਆਂ-ਕਿਹੜੀਆਂ ਲਹਿਰਾਂ ਨੇ ਜਨਮ ਲਿਆ। ਉਸ ਸਮੇਂ ਦੌਰਾਨ ਪੰਜਾਬ ਵਿੱਚ ਪ੍ਰਮੁੱਖ ਜੋ ਲਹਿਰਾਂ ਸਨ, ਉਹ ਸਨ ਨਿਰੰਕਾਰੀ ਲਹਿਰ, ਨਾਮਧਾਰੀ ਲਹਿਰ, ਸਿੰਘ ਸਭਾ ਲਹਿਰ ਜਾਂ ਸਿੰਘ ਸਭਾ ਅੰਦੋਲਨ, ਅਹਿਮਦੀਆ ਲਹਿਰ। ਸੋ ਇਹਨਾਂ ਚਾਰਾਂ ਬਾਰੇ ਆਪਾਂ ਹੁਣ ਵਿਸਥਾਰ ਨਾਲ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਨਿਰੰਕਾਰੀ ਅੰਦੋਲਨ ਦੀ। ਪੰਜਾਬ ਦੇ ਜੋ ਹਾਲਾਤ ਚੱਲ ਰਹੇ ਸਨ, ਅਜਿਹੇ ਹਾਲਾਤਾਂ ਵਿੱਚ ਬਾਬਾ ਦਿਆਲ ਨੇ ਲੋਕਾਂ ਵਿੱਚ ਸਿੱਖ ਧਰਮ ਦੇ ਅਸਲ ਜਾਂ ਵਾਸਤਵਿਕ ਸਿਧਾਂਤਾਂ ਦਾ ਪ੍ਰਚਾਰ ਕਰਨ ਦੇ ਉਦੇਸ਼ ਲਈ ਨਿਰੰਕਾਰੀ ਅੰਦੋਲਨ ਚਲਾਇਆ। ਉਹਨਾਂ ਨੇ ਬਾਲ ਵਿਆਹ, ਦਹੇਜ ਪ੍ਰਥਾ, ਸਤੀ ਪ੍ਰਥਾ, ਇਹਨਾਂ ਬੁਰਾਈਆਂ ਦਾ ਵਿਰੋਧ ਕੀਤਾ। ਉਹ ਵਿਧਵਾ ਵਿਆਹ ਦੇ ਹੱਕ ਵਿੱਚ ਸਨ। ਇਸ ਅੰਦੋਲਨ ਨੇ ਦਹੇਜ ਪ੍ਰਥਾ ਨੂੰ ਬੰਦ ਕਰਾਉਣ ਲਈ ਕਈ ਸ਼ਲਾਘਾਯੋਗ ਯਤਨ ਕੀਤੇ। ਲੜਕੀਆਂ ਦੇ ਵਿਆਹ ਬਿਨਾਂ ਦਾਜ ਅਤੇ ਖਰਚ ਦੇ ਕਰਵਾਏ ਜਾਣ ਲੱਗੇ। ਇਸ ਤੋਂ ਅੱਗੇ ਅਸੀਂ ਪੜ੍ਹਦੇ ਹਾਂ ਨਾਮਧਾਰੀ ਅੰਦੋਲਨ। ਨਾਮਧਾਰੀ ਅੰਦੋਲਨ ਨੂੰ ਕੂਕਾ ਅੰਦੋਲਨ ਵੀ ਕਿਹਾ ਜਾਂਦਾ ਹੈ। ਨਾਮਧਾਰੀ ਲਹਿਰ ਦੀ ਸਥਾਪਨਾ ਸਤਿਗੁਰੂ
ਰਾਮ ਸਿੰਘ ਜੀ ਨੇ ਭੈਣੀ ਸਾਹਿਬ, ਜੋ ਲੁਧਿਆਣੇ ਵਿੱਚ ਸਥਾਨ ਸਥਿਤ ਹੈ, ਉੱਥੇ 12 ਅਪ੍ਰੈਲ 1857 ਈਸਵੀ ਨੂੰ ਵਿਸਾਖੀ ਵਾਲੇ ਦਿਨ ਕੀਤੀ। ਉਹਨਾਂ ਨੇ ਵੀ ਬਾਲ ਵਿਆਹ, ਕੰਨਿਆ ਹੱਤਿਆ, ਦਹੇਜ ਪ੍ਰਥਾ ਅਤੇ ਜਾਤੀ ਪ੍ਰਥਾ ਅਜਿਹੀਆਂ ਬੁਰਾਈਆਂ ਵਿਰੁੱਧ ਜ਼ੋਰਦਾਰ ਪ੍ਰਚਾਰ ਕੀਤਾ। ਉਹਨਾਂ ਨੇ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦਾ ਪ੍ਰਚਾਰ ਕੀਤਾ। ਉਹਨਾਂ ਨੇ ਸਮਾਜ ਵਿੱਚ ਇਸਤਰੀਆਂ ਨੂੰ ਪੁਰਸ਼ਾਂ ਵਾਂਗ ਹੀ ਅੰਮ੍ਰਿਤ ਛਕਾਇਆ। ਧਾਰਮਿਕ ਕੀਰਤਨ ਅਤੇ ਹੋਰ ਸਭਾਵਾਂ ਵਿੱਚ ਇਸਤਰੀਆਂ ਪੁਰਸ਼ਾਂ ਦੇ ਬਰਾਬਰ ਹਿੱਸਾ ਲੈਂਦੀਆਂ ਸਨ। ਅਕਾਲ ਮੂਰਤ ਅਜੂਨੀ ਸੇ ਭੰਗ। ਉਹਨਾਂ ਨੇ ਵਿਆਹ ਸਮੇਂ ਕੀਤੇ ਜਾਂਦੇ ਖਰਚੇ, ਦਹੇਜ, ਇਹਨਾਂ ਦਾ ਖੰਡਨ ਕੀਤਾ। 3 ਜੂਨ 1863 ਈਸਵੀ ਨੂੰ ਸਤਿਗੁਰੂ ਰਾਮ ਸਿੰਘ ਜੀ ਨੇ ਵਿਆਹ ਦੀ ਇੱਕ ਰਸਮ ਚਲਾਈ, ਜਿਸ ਨੂੰ ਆਨੰਦ ਵਿਆਹ ਦਾ ਨਾਮ ਦਿੱਤਾ ਗਿਆ। ਇਸ ਰਸਮ ਅਨੁਸਾਰ ਬਿਨਾਂ ਦਹੇਜ, ਗਹਿਣਿਆਂ ਜਾਂ ਕੀਮਤੀ ਕੱਪੜੇ ਜਾਂ ਹੋਰ ਕੋਈ ਵੀ ਕੀਮਤੀ ਸਮਾਨ ਜੋ ਲੜਕੀ ਨੂੰ ਉਸਦਾ ਪਰਿਵਾਰ ਦਿੰਦਾ ਸੀ, ਦਹੇਜ ਦੇ ਰੂਪ ਵਿੱਚ ਜੋ ਦਿੱਤਾ ਜਾਂਦਾ ਸੀ, ਇਹ ਸਾਰਾ ਕੁਝ ਖਤਮ ਕੀਤਾ ਗਿਆ। ਇਸ ਪ੍ਰਣਾਲੀ ਦੇ ਤਹਿਤ ਇਸ ਰਸਮ ਦੇ ਅਨੁਸਾਰ ਸਿਰਫ ₹1.25 ਵਿੱਚ ਵਿਆਹ ਦੀ ਰਸਮ ਪੂਰੀ ਕਰ ਦਿੱਤੀ ਜਾਂਦੀ ਸੀ। ਸਿੱਖ ਧਰਮ ਅਤੇ ਸਮਾਜ ਵਿੱਚ ਉਸ ਸਮੇਂ ਬਹੁਤ ਸਾਰੀਆਂ ਬੁਰਾਈਆਂ ਪ੍ਰਚਲਿਤ ਸਨ, ਜਿਨ੍ਹਾਂ ਬਾਰੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ। ਇਹਨਾਂ ਨੂੰ ਖਤਮ ਕਰਨ ਲਈ ਇੱਕ ਹੋਰ ਲਹਿਰ ਹੈ ਜੋ ਉਹ ਪੰਜਾਬ ਵਿੱਚ ਸ਼ੁਰੂ ਹੁੰਦੀ ਹੈ, ਜਿਸ ਨੂੰ ਸਿੰਘ ਸਭਾ ਲਹਿਰ ਜਾਂ ਸਿੰਘ ਸਭਾ ਅੰਦੋਲਨ ਵੀ ਕਿਹਾ ਜਾਂਦਾ ਹੈ। ਇਸ ਦੀ ਸਥਾਪਨਾ ਦੁਸ਼ਹਿਰੇ ਦੇ ਦਿਨ 1 ਅਕਤੂਬਰ 1873 ਈਸਵੀ ਨੂੰ ਮੰਜੀ ਸਾਹਿਬ, ਅੰਮ੍ਰਿਤਸਰ ਵਿਖੇ ਹੋਈ। ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੂੰ ਇਸ ਦਾ ਪ੍ਰਧਾਨ ਅਤੇ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸੋ ਇਹ ਸਿੰਘ ਸਭਾ ਅੰਮ੍ਰਿਤਸਰ ਵਿਖੇ ਸਥਾਪਿਤ ਹੋ ਰਹੀ ਹੈ। ਇਸ ਤੋਂ ਬਾਅਦ ਅਗਲੀ ਸਿੰਘ ਸਭਾ 2 ਨਵੰਬਰ 1879 ਈਸਵੀ ਨੂੰ ਲਗਭਗ 6 ਸਾਲਾਂ ਬਾਅਦ ਲਾਹੌਰ ਵਿਖੇ ਇੱਕ ਹੋਰ ਸਿੰਘ ਸਭਾ ਸਥਾਪਿਤ ਹੁੰਦੀ ਹੈ। ਇਸ ਦਾ ਪ੍ਰਧਾਨ ਗੁਰਮੁਖ ਸਿੰਘ ਨੂੰ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਹੌਲੀ-ਹੌਲੀ ਪੰਜਾਬ ਵਿੱਚ ਬਹੁਤ ਸਾਰੀਆਂ ਸਿੰਘ ਸਭਾਵਾਂ ਸਥਾਪਿਤ ਹੋ ਜਾਂਦੀਆਂ ਹਨ। ਬਾਕੀ ਲਹਿਰਾਂ ਵਾਂਗ ਸਿੰਘ ਸਭਾ ਲਹਿਰ ਨੇ ਵੀ ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦਾ ਜ਼ੋਰਦਾਰ ਪ੍ਰਚਾਰ ਕੀਤਾ। ਬਾਲ ਪ੍ਰਥਾ, ਇਸ ਲਹਿਰ ਨੇ ਪਰਦਾ ਪ੍ਰਥਾ, ਬਾਲ ਵਿਆਹ, ਬਹੁ ਵਿਆਹ, ਵਿਧਵਾ ਵਿਆਹ ਦੀ ਮਨਾਹੀ ਆਦਿ ਬੁਰਾਈਆਂ ਦੀ ਨਿੰਦਿਆ ਕੀਤੀ। ਸਿੰਘ ਸਭਾ ਨੇ ਵਿਧਵਾ ਇਸਤਰੀਆਂ ਦੀ ਦੇਖਭਾਲ ਲਈ ਵਿਧਵਾ ਆਸ਼ਰਮ ਵੀ ਸਥਾਪਿਤ ਕੀਤੇ। ਸਿੰਘ ਸਭਾ ਨੇ ਇਸਤਰੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਸਿੰਘ ਸਭਾ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਉਦੇਸ਼ ਸੀ ਸਿੱਖ ਧਰਮ ਅਨੁਸਾਰ ਸਿੱਖਿਆ ਦਾ ਪ੍ਰਸਾਰ ਕਰਨਾ। ਇਸ ਲਹਿਰ ਦੇ ਵਿੱਚ ਬਹੁਤ ਜਲਦੀ ਹੀ ਪੜ੍ਹੇ ਲਿਖੇ ਲੋਕ ਸ਼ਾਮਿਲ ਹੁੰਦੇ ਗਏ, ਜਿਨ੍ਹਾਂ ਦੇ ਯਤਨਾਂ ਸਦਕਾ ਥਾਂ-ਥਾਂ ਤੇ ਸਕੂਲ ਅਤੇ ਕਾਲਜ ਖੋਲ੍ਹੇ ਗਏ। ਇਸਤਰੀ ਸਿੱਖਿਆ ਲਈ 3 ਸਕੂਲ ਖੋਲ੍ਹੇ ਗਏ। ਸਿੱਖ ਕੰਨਿਆ ਮਹਾਵਿਦਿਆਲਾ ਫਿਰੋਜ਼ਪੁਰ, ਭੁਜੰਗ ਸਕੂਲ ਕੈਰੋਂ, ਵਿਦਿਆ ਭੰਡਾਰ ਪਸੌੜ। ਸੋ ਇਹਨਾਂ 3 ਸਕੂਲਾਂ ਦਾ ਜ਼ਿਕਰ
ਤੁਹਾਡੀ ਕਿਤਾਬ ਦੇ ਵਿੱਚ ਹੈ। ਆਓ ਇਹਨਾਂ ਸਕੂਲਾਂ ਬਾਰੇ ਥੋੜੀ ਹੋਰ ਜਾਣਕਾਰੀ ਵੀ ਆਪਾਂ ਸਾਂਝੀ ਕਰੀਏ। ਸਿੱਖ ਕੰਨਿਆ ਮਹਾਵਿਦਿਆਲਾ, ਇਹ ਸਕੂਲ ਭਾਈ ਤਖਤ ਸਿੰਘ ਜੀ ਦੇ ਯਤਨਾਂ ਸਦਕਾ ਸਥਾਪਿਤ ਹੋਇਆ। ਇਸ ਸਕੂਲ ਦੀ ਸਥਾਪਨਾ 1892 ਈਸਵੀ ਵਿੱਚ ਫਿਰੋਜ਼ਪੁਰ ਵਿਖੇ ਕੀਤੀ ਗਈ। ਲੜਕੀਆਂ ਦੀ ਸਿੱਖਿਆ ਲਈ ਆਮ ਸਕੂਲ ਨਹੀਂ ਸਨ, ਸੋ ਇਹਨਾਂ ਸਕੂਲਾਂ ਦੀ ਚਰਚਾ ਸਾਰੇ ਦੇਸ਼ ਵਿੱਚ ਦੂਰ ਦੂਰ ਤੱਕ ਸੀ। ਕਿਹਾ ਜਾਂਦਾ ਹੈ ਕਿ ਸਾਰੇ ਹਿੰਦੁਸਤਾਨ ਤੋਂ ਬੱਚੀਆਂ ਇਸ ਸਕੂਲ ਵਿੱਚ ਪੜ੍ਹਨ ਆਇਆ ਕਰਦੀਆਂ ਸਨ। ਲੜਕੀਆਂ ਦੇ ਠਹਿਰਨ ਲਈ ਹੋਸਟਲ ਵੀ ਸਨ। ਦੂਸਰਾ ਸਕੂਲ ਅਸੀਂ ਜ਼ਿਕਰ ਕੀਤਾ ਭੁਜੰਗ ਸਕੂਲ ਕੈਰੋਂ। ਇਹ ਜੋ ਤੁਸੀਂ ਤਸਵੀਰ ਵੇਖ ਰਹੇ ਹੋ, ਇੱਥੇ ਭੁਜੰਗਣ ਆਸ਼ਰਮ ਕੈਰੋਂ ਲਿਖਿਆ ਹੋਇਆ ਹੈ। ਇਸ ਸਕੂਲ ਦੀ ਸਥਾਪਨਾ 12 ਫਰਵਰੀ 1916 ਈਸਵੀ ਨੂੰ ਕੈਰੋਂ ਵਿਖੇ ਕੀਤੀ ਗਈ। ਆਓ ਇਸ ਸਕੂਲ ਦੀ ਇਮਾਰਤ ਨੂੰ ਵੇਖੀਏ। ਇਸ ਸਕੂਲ ਵਿੱਚ ਵੀ ਬਹੁਤ ਦੂਰੋਂ ਲੜਕੀਆਂ ਸਿੱਖਿਆ ਪ੍ਰਾਪਤ ਕਰਨ ਲਈ ਦਾਖਲ ਹੁੰਦੀਆਂ ਸਨ।
ਇਹਨਾਂ ਸਕੂਲਾਂ ਵਿੱਚ ਅੱਜ ਵੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਬੱਚੀਆਂ ਅੱਜ ਵੀ ਇੱਥੇ ਪੜ੍ਹਨ ਆ ਰਹੀਆਂ ਹਨ। ਸੋ ਇਸ ਤਰੀਕੇ ਨਾਲ ਸਿੰਘ ਸਭਾ ਨੇ ਇਸਤਰੀ ਸਿੱਖਿਆ ਲਈ ਵਿਸ਼ੇਸ਼ ਉਦਮ ਕੀਤੇ ਅਤੇ ਉਹਨਾਂ ਉਦਮਾਂ ਦੇ ਸਦਕਾ ਉਹਨਾਂ ਨੇ ਪੰਜਾਬ ਵਿੱਚ ਬਹੁਤ ਸਾਰੇ ਹੋਰ ਸਕੂਲ ਵੀ ਸਥਾਪਿਤ ਕੀਤੇ। '1853 ਵਿੱਚ ਮਿਰਜ਼ਾ ਗੁਲਾਮ ਅਹਿਮਦ ਨੇ ਕਾਦੀਆਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਇਸਲਾਮ ਅਤੇ ਮੁਸਲਿਮ ਸਮਾਜ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਅਹਿਮਦੀਆ ਲਹਿਰ ਦੀ ਨੀਂਹ ਰੱਖੀ। ਮਿਰਜ਼ਾ ਗੁਲਾਮ ਅਹਿਮਦ ਕਾਦੀਆਂ ਨਾਮਕ ਸਥਾਨ ਨਾਲ ਸੰਬੰਧ ਰੱਖਦੇ ਸਨ ਤਾਂ ਇਸ ਲਹਿਰ ਨੂੰ ਕਾਦੀਆਨਾ ਲਹਿਰ ਵੀ ਆਖਿਆ ਜਾਣ ਲੱਗਿਆ। ਮਿਰਜ਼ਾ ਗੁਲਾਮ ਅਹਿਮਦ ਨੇ ਇਸਲਾਮ ਧਰਮ ਦੇ ਝੂਠੇ ਰੀਤੀ ਰਿਵਾਜਾਂ, ਅੰਧ ਵਿਸ਼ਵਾਸ, ਕਰਮਕਾਂਡਾਂ ਨੂੰ ਤਿਆਗ ਕਰਨ ਦਾ ਪ੍ਰਚਾਰ ਕੀਤਾ। ਉਹਨਾਂ ਨੇ ਧਾਰਮਿਕ ਸਿੱਖਿਆ ਦੇ ਨਾਲ-ਨਾਲ ਪੱਛਮੀ ਸਿੱਖਿਆ ਦੇਣ ਦਾ ਵੀ ਸਮਰਥਨ ਕੀਤਾ। ਇਸ ਲਹਿਰ ਨੇ ਵੀ ਇਸਤਰੀਆਂ ਦੀ ਸਿੱਖਿਆ ਵੱਲ ਖਾਸ ਧਿਆਨ ਦਿੱਤਾ। ਕਈ ਸਕੂਲਾਂ ਅਤੇ ਕਾਲਜਾਂ ਦੀ ਸਥਾਪਨਾ ਕੀਤੀ ਗਈ। ਸੋ ਇਹ ਸੀ ਅਹਿਮਦੀਆ ਲਹਿਰ ਜੋ ਪੰਜਾਬ ਵਿੱਚ ਸ਼ੁਰੂ ਹੋਈ। ਆਓ ਹੁਣ ਅੱਗੇ ਪੜ੍ਹਦੇ ਹਾਂ ਆਪਾਂ ਰਾਮਾ ਕ੍ਰਿਸ਼ਨ ਮਿਸ਼ਨ ਦੇ ਬਾਰੇ, ਜਿਸ ਦੀ ਸਥਾਪਨਾ ਸਵਾਮੀ ਵਿਵੇਕਾਨੰਦ ਜੀ ਨੇ ਕੀਤੀ। '1897 ਵਿੱਚ ਸਵਾਮੀ ਵਿਵੇਕਾਨੰਦ ਜੀ ਨੇ ਆਪਣੇ ਗੁਰੂ ਰਾਮ ਕ੍ਰਿਸ਼ਨ ਪਰਮਹੰਸ ਦੀ ਯਾਦ ਵਿੱਚ ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕੀਤੀ। ਉਹ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਦੇ ਪੱਖ ਵਿੱਚ ਸਨ। ਉਹਨਾਂ ਨੇ ਸਮਾਜ ਵਿੱਚ ਪ੍ਰਚਲਿਤ ਬੁਰਾਈਆਂ ਜੋ ਲੜਕੀਆਂ ਨਾਲ ਸੰਬੰਧਿਤ ਸਨ, ਜਿਸ ਤਰ੍ਹਾਂ ਲੜਕੀਆਂ ਦੀ ਹੱਤਿਆ ਕਰਨਾ, ਬਾਲ ਵਿਆਹ, ਦਹੇਜ ਪ੍ਰਥਾ, ਇਹਨਾਂ ਦਾ ਵਿਰੋਧ ਕੀਤਾ। ਉਹ ਵਿਧਵਾ ਵਿਆਹ ਦੇ ਪੱਖ ਵਿੱਚ ਸਨ। ਉਹਨਾਂ ਨੇ ਇਸਤਰੀ ਸਿੱਖਿਆ ਦਾ ਪ੍ਰਚਾਰ ਕੀਤਾ, ਜਿਸ ਦੇ ਲਈ ਕਈ ਸਕੂਲ ਅਤੇ ਲਾਇਬ੍ਰੇਰੀਆਂ ਵੀ ਸਥਾਪਿਤ ਕੀਤੀਆਂ ਗਈਆਂ। ਸੋ ਪਿਆਰੇ ਬੱਚਿਓ, ਇਹ ਸੀ ਸਾਡਾ ਅੱਜ ਦਾ ਇਹ ਭਾਗ। ਮੈਂ ਉਮੀਦ ਕਰਦਾ ਹਾਂ ਕਿ ਮੇਰੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਲਾਹੇਵੰਦ ਅਤੇ ਉਪਯੋਗੀ ਹੋਏਗੀ। ਤੁਹਾਡਾ ਸਾਰਿਆਂ ਦਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਖੁਸ਼ ਰਹੋ।